ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬੇਗਾਨਨ ਕੇ ਨਾਸ਼ਕ ਗਗਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸੁਭ ਮਤ ਪਰ ਪ੍ਰਾਕਸਕ। ਸ੍ਰੀ ਹਰਿ ਗੋਬਿੰਦ ਸੁਭ ਮਤ ਪਰ ਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜ਼ੋਰੀ ਨਮੋ ਕਰ ਜ਼ੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਵਾਰ ਵਾਰ ਜਗ ਸੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਕੈ ਜੀਤੈ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਭਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਚੌਪਈ। ਡਿਗ ਡੱਲੈ ਥੋ ਖੜੋ ਲਗ ਭਰਾਤ। ਕਹੀ ਡੱਲੈ ਵੱਲ ਮੋੜ ਮੁਖ ਬਾਤ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰਿਓ ਗੁਰੂ ਸਵਾਰਿਓ। ਆਓ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜੀਏ। ਲੜੀਵਾਰ ਚੱਲ ਰਹੀ ਇਤਿਹਾਸ ਦੀ ਕਥਾ ਵਿਚਾਰ ਪੰਥ ਪ੍ਰਕਾਸ਼ ਗ੍ਰੰਥ ਲਿਖਤ ਭਾਈ ਰਤਨ ਸਿੰਘ ਭੰਗੂ ਜੀ। ਆਓ ਜਿੰਨੀਆਂ ਵੀ ਸੰਗਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਵਿੱਚ ਸਤਿਗੁਰਾਂ ਦੇ ਸਨਮੁਖ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀਆਂ ਨੇ, ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਪਈ। ਡਿਗ ਡੱਲੈ ਥੋ ਖੜੋ ਲਗ ਭਰਾਤ। ਕਹੀ ਡੱਲੈ ਵੱਲ ਮੋੜ ਮੁਖ ਬਾਤ। ਦਿਓਗ ਪਾਤਸ਼ਾਹੀ ਤੁਧ ਭੀ ਐਸੀ ਨਿਜ ਪੁੱਤਰਨ ਕੋ ਦੀਨੀ ਜੈਸੀ। ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਸਾਬੋ ਕੀ ਤਲਵੰਡੀ ਤੇ ਕਾਫੀ ਸਮਾਂ ਹੋ ਗਿਆ ਸੀ ਜੀ। ਗੁਰੂ ਸਾਹਿਬ ਜੀ ਜਦੋਂ ਇੱਧਰ ਉੱਧਰ ਬਠਿੰਡੇ ਇਲਾਕੇ ਦੇ ਵਿੱਚ ਜਿੱਥੇ ਵੀ ਪ੍ਰਚਾਰ ਪ੍ਰਸਾਰ ਕਰਨ ਜਾਂਦੇ ਸੀ, ਡੱਲਾ ਵੀ ਨਾਲ ਜਾਂਦਾ ਸੀ।
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਦੱਖਣ ਵੱਲ ਪਿਆਨਾ ਕਰਨਗੇ, ਦੱਖਣ ਵੱਲ ਜਾਣ ਦੀ ਤਿਆਰੀ ਕਰ ਰਹੇ ਆ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਜ਼ਫਰਨਾਮਾ ਭੇਜਿਆ ਸੀ, ਫਤਿਹ ਚਿੱਠੀ ਭੇਜੀ ਸੀ, ਉਹ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਫੌਤ ਹੋ ਗਿਆ, ਮੌਤ ਹੋ ਗਈ ਸੀ ਉਹਦੀ। ਅਤੇ ਫਿਰ ਸਤਿਗੁਰੂ ਮਹਾਰਾਜ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਵੀ ਕਿਉਂ ਨਾ ਅਸੀਂ ਦੱਖਣ ਵੱਲ ਖੁਦ ਚੱਲ ਕੇ ਵੇਖੀਏ, ਕਿਤੇ ਔਰੰਗਜ਼ੇਬ ਤੋਂ ਬਾਅਦ ਜਿਹੜੇ ਉਹਦੇ ਪੁੱਤਰ ਨੇ ਜਾਂ ਉੱਤਰਾਧਿਕਾਰੀ ਬਣਨਗੇ, ਕਿਤੇ ਉਹ ਨਾ ਦੁਬਾਰਾ ਫਿਰ ਜਿਵੇਂ ਔਰੰਗਜ਼ੇਬ ਕਰਦਾ ਸੀ ਉਹ ਨਾ ਇਸ ਤਰ੍ਹਾਂ ਕਰਨ ਲੱਗ ਜਾਣ। ਅਸੀਂ ਉਹਨਾਂ ਦੇ ਪੁੱਤਰਾਂ ਨੂੰ ਸਮਝਾਵਾਂਗੇ ਵੀ, ਅਤੇ ਜੇ ਨਾ ਸਮਝੇ ਫਿਰ ਸਾਡੇ ਕੋਲ ਦੂਸਰਾ ਤਰੀਕਾ ਵੀ ਹੈ। ਮਹਾਰਾਜ ਮਨ ਹੀ ਮਨ ਇਸ ਤਰ੍ਹਾਂ ਵਿਚਾਰ ਕਰ ਰਹੇ ਨੇ ਜੀ। ਕਹਿੰਦੇ ਉਸ ਤੋਂ ਬਾਅਦ ਸੰਗਤਾਂ ਦੇ ਵਿੱਚੋਂ ਜਿਵੇਂ ਭਾਈ ਡੱਲਾ ਜੀ ਦਾ ਜ਼ਿਕਰ ਆਇਆ, ਹੋਰ ਨਿਕਟਵਰਤੀ ਸਿੱਖ ਨੇ ਜਦੋਂ ਮਹਾਰਾਜ ਦੱਖਣ ਵੱਲ ਜਾਣ ਦੀ ਤਿਆਰੀ ਕਰ ਰਹੇ ਨੇ, ਬੜੇ ਹੋਰ ਜਿਹੜੇ ਨਿਕਟਵਰਤੀ ਸਿੱਖ ਸੀ ਉਹਨਾਂ ਨੇ ਵੀ ਮਨ ਵਿੱਚ ਵਿਚਾਰ ਬਣਾਇਆ ਵੀ ਮਹਾਰਾਜ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਚਲੇ ਜਾਇਓ। ਦੱਖਣ ਦਿਸ਼ਾ ਵੱਲ, ਨੰਦੇੜ ਵੱਲ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਵੀ ਜਾਵਾਂਗੇ। ਕਹਿੰਦੇ ਉਸ ਤੋਂ ਬਾਅਦ ਕੀ ਵਾਪਰਦਾ ਜੀ, ਡੱਲੇ ਨੇ ਬਿਲਕੁਲ ਤਿਆਰੀ ਕਰ ਲਈ ਜਾਣ ਦੀ। ਡੱਲੇ ਨੇ ਬਿਲਕੁਲ ਜਦੋਂ ਤਿਆਰੀ ਕੀਤੀ ਨਾ ਦੱਖਣ ਵੱਲ ਜਾਣ ਦੀ, ਡੱਲੇ ਦਾ ਭਰਾ ਕਹਿਣ ਲੱਗਿਆ, ਇੱਥੇ ਰਤਨ ਸਿੰਘ ਜੀ ਲਿਖਦੇ ਹਨ, ਡੱਲੇ ਦਾ ਭਰਾ ਕਹਿਣ ਲੱਗਿਆ, ਢਿੱਗ ਡੱਲੇ ਤੋਂ ਖੜੋ ਲਗ ਭਰਾਤ, ਕਹੀ ਡੱਲੇ ਵੱਲ ਮੋੜ ਮੁਖਵਾਤ। ਕਹਿੰਦੇ ਡੱਲੇ ਵੱਲ ਮੂੰਹ ਕਰਕੇ ਝੱਟ ਉਹਨੇ ਇਹ ਗੱਲ ਕਹਿ ਦਿੱਤੀ। ਕੀ ਗੱਲ ਕਹੀ? ਉਸਨੇ ਝੱਟ ਡੱਲੇ ਵੱਲ ਮੂੰਹ ਕਰਕੇ ਗੱਲ ਕਹਿ ਦਿੱਤੀ ਆਪਦੇ ਭਰਾ ਨੂੰ। ਕਿਹੜੀ ਗੱਲ ਕਹੀ? ਹੁਣ ਰਤਨ ਸਿੰਘ ਜੀ ਲਿਖਦੇ ਹਨ, ਯਹੀ ਗੱਲ ਦਿਓ ਦਿਓਗ ਪਾਤਸ਼ਾਹੀ ਤੁਧ ਪੀ ਐਸੀ, ਨਿਜ ਪੁੱਤਰਨ ਕੋ ਦੀਨੀ ਜੈਸੀ। ਕਹਿੰਦੇ ਡੱਲਿਆ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਹਿੰਦੇ ਜਿਵੇਂ ਆਪਣੇ ਪੁੱਤਰਾਂ ਨੂੰ ਪਾਤਸ਼ਾਹੀ ਦਿੱਤੀ ਉਵੇਂ ਤੈਨੂੰ ਪਾਤਸ਼ਾਹੀ ਮਿਲ ਜੂਗੀ। ਉਹ ਜਿਹੜਾ ਡੱਲੇ ਦਾ ਭਰਾ ਮੱਲਾ ਸੀ ਉਹ ਥੋੜ੍ਹਾ ਮਜ਼ਾਕ ਜੇ ਵਿੱਚ ਗੱਲ ਕਰ ਰਿਹਾ ਸੀ। ਜਿਵੇਂ ਮਹਾਰਾਜ ਨਾਲ ਪਿੱਛੇ ਕੁਝ ਵਾਪਰਿਆ, ਆਪਾਂ ਸਾਰਾ ਇੱਕ ਲੜੀ ਦੇ ਵਿੱਚ ਵਿਚਾਰ। ਡੱਲੇ ਦਾ ਜਿਹੜਾ ਭਰਾ ਸੀ ਉਹ ਮਜ਼ਾਕ ਦੇ ਵਿੱਚ, ਉਹ ਕੁਝ ਸਮਝਦਾ ਹੀ ਨਹੀਂ ਸੀ, ਮਜ਼ਾਕ ਦੇ ਵਿੱਚ ਗੱਲ ਕਰੀ ਜਾ ਰਿਹਾ ਸੀ। ਕਹਿੰਦੇ ਦੇਊਗ ਪਾਤਸ਼ਾਹੀ ਤੁਧ ਵੀ ਐਸੀ, ਕਹਿੰਦੇ ਇਹੋ ਜੀ ਪਾਤਸ਼ਾਹੀ ਦੇਵੇਗਾ ਤੈਨੂੰ ਵੀ ਡੱਲਿਆ, ਜੇ ਜਾਣਾ ਤਾਂ ਚਲਾ ਜਾ। ਕਹਿੰਦੇ ਨਿਜ ਪੁੱਤਰਨ ਕੋ ਦੀਨੀ ਜੈਸੀ, ਕਹਿੰਦੇ ਜਿਵੇਂ ਆਪਣੇ ਪੁੱਤਰਾਂ ਨੂੰ ਪਾਤਸ਼ਾਹੀ ਦਿੱਤੀ, ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਦਿੱਤਾ। ਹੁਣ ਇਹ ਤਾਂ ਸਮੇਂ ਦੀ ਸਰਕਾਰ ਨੇ ਕਹਿਰ ਕੀਤਾ ਜੀ, ਵਜੀਦੇ ਵਰਗਿਆਂ ਨੇ ਕਹਿਰ ਕੀਤਾ, ਸੁੱਚਾਨੰਦ ਵਰਗਿਆਂ ਨੇ ਕਹਿਰ ਕੀਤਾ, ਔਰੰਗਜ਼ੇਬ ਨੇ ਕੁਕਰਮ ਕੀਤਾ, ਪਾਪ ਕਮਾਇਆ, ਉਹ ਕਸਮਾਂ ਖਾ ਖਾ ਕੇ ਮੁੱਕਰ ਗਏ। ਹੁਣ ਇਹ ਗੱਲ ਮੱਲਾ ਕਹਿ ਰਿਹਾ, ਡੱਲੇ ਦਾ ਭਰਾ ਕਹਿੰਦਾ ਜਿਵੇਂ ਸਾਹਿਬਜ਼ਾਦਿਆਂ ਨਾਲ ਬਣੀ ਤੇਰੇ ਨਾਲ ਵੀ ਉਵੇਂ ਬਣ ਸਕਦੀ ਹੈ। ਹੁਣ ਅੱਗੇ ਰਤਨ ਸਿੰਘ ਜੀ ਲਿਖਦੇ ਹਨ, ਯਹੀ ਗੱਲ ਗੁਰ ਪ੍ਰੋਹਤ ਸੁਣੀ, ਬੋਲਿਓ ਗੁਰ ਸੰਗ ਵਹ ਸਿਰ ਧੁਨੀ। ਕਹਿੰਦੇ ਇਹ ਗੱਲ ਜਿਹੜੇ ਗੁਰੂ ਘਰ ਦੇ ਪ੍ਰੋਹਤ ਸੀ, ਪ੍ਰੋਹਤ ਦਾ ਅਰਥ ਹੁੰਦਾ ਜੀ ਪੰਡਤ। ਕਿਉਂਕਿ ਜਦੋਂ ਅਸੀਂ ਇੱਕ ਲੜੀ ਦੇ ਵਿੱਚ ਇਤਿਹਾਸ ਨੂੰ ਪੜ੍ਹਾਂਗੇ, ਵਿਚਾਰਾਂਗੇ, ਕਿਉਂਕਿ ਮਟਣ ਦੇ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਦਾ ਮਿਲਾਪ ਹੋਇਆ ਸੀ ਜੀ ਪੰਡਤ ਨਾਲ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵੀ ਜਿਹੜਾ ਪੰਡਤਾਂ ਦਾ ਪਿਛੋਕੜਾ, ਪੰਡਤਾਂ ਦਾ ਖਾਨਦਾਨ ਕਹਿ ਲਓ, ਉਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ। ਉਹਨਾਂ ਨੇ ਗੁਰੂ ਨਾਨਕ ਦੇ ਘਰ ਤੋਂ ਸਿੱਖੀ ਦੀ ਦਾਤ ਪ੍ਰਾਪਤ ਕਰ ਲਈ ਸੀ। ਫਿਰ ਗੁਰੂ ਨਾਨਕ ਤੋਂ ਬਾਅਦ ਜਿਵੇਂ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ, ਗੁਰੂ ਅਰਜਨ ਸਾਹਿਬ ਦੇ ਸਮੇਂ, ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਜੇ ਪੰਡਤ ਪ੍ਰੋਹਤ ਸੇਵਾ ਦੇ ਵਿੱਚ ਲੱਗ ਗਏ ਸੀ। ਕਿਉਂਕਿ ਫਿਰ ਜਦੋਂ ਸਤਿਗੁਰ ਕਹਿ ਜਨਮੈ ਗਬਨ ਮਿਟਾਇਆ ਵਾਲੀ ਗੱਲ ਹੋ ਜਾਂਦੀ ਹੈ, ਫਿਰ ਕੋਈ ਜਾਤ ਕੁੱਲ ਬਰਾਦਰੀ ਨਹੀਂ ਰਹਿੰਦੀ। ਫਿਰ ਸਿੱਖਾਂ ਜੀ ਆਪਾਂ, ਕਹਿੰਦੇ ਪ੍ਰੋਹਤ ਸੀ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਸੀ, ਗੁਰੂ ਘਰ ਦੀ ਸ਼ਰਧਾਲੂ ਬਣ ਚੁੱਕੇ ਸੀ। ਕਹਿੰਦੇ ਜਦੋਂ ਇਹਨਾਂ ਪ੍ਰੋਹਤਾਂ ਨੇ ਇਹ ਗੱਲ ਸੁਣੀ ਮੱਲੇ ਦੇ ਮੂੰਹ ਵਿੱਚੋਂ ਵੀ ਮੱਲਾ ਨਾ ਜਿਹੜਾ ਡੱਲੇ ਦਾ ਭਰਾ ਕਿਵੇਂ ਮਜ਼ਾਕ ਦੇ ਵਿੱਚ ਗੱਲਾਂ ਕਰੀ ਜਾਂਦਾ, ਗੁਰੂ ਸਾਹਿਬ ਦੇ ਪਰਿਵਾਰ ਨੂੰ ਕਿਵੇਂ ਆਖੀ ਜਾਂਦਾ। ਕਹਿੰਦੇ ਜਦੋਂ ਇਹ ਖਾਨਦਾਨ ਸੀ ਜਿਹੜਾ ਪ੍ਰੋਹਤਾਂ ਦਾ ਖਾਨਦਾਨ, ਇਹ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੀ। ਕਹਿੰਦੇ ਇਹਨਾਂ ਦੇ ਵਿੱਚੋਂ ਇੱਕ ਪ੍ਰੋਹਤ ਸੀ ਜਿਹਦਾ ਨਾਮ ਸੀ ਸ਼ੀਹਾ। ਸ਼ੀਹੇ ਪ੍ਰੋਹਤ ਵਰਗੇ ਸੂਰਮੇ
ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਦੇ ਸਮੇਂ ਸੇਵਾ ਦੇ ਵਿੱਚ ਹਾਜ਼ਰ ਰਹੇ। ਹੋਰ ਕਿੰਨੇ ਹੀ ਪ੍ਰੋਤ ਗੁਰੂ ਘਰ ਦੇ ਸ਼ਰਧਾਲੂ ਬਣ ਕੇ ਰਹੇ, ਸੇਵਾਦਾਰ ਬਣ ਕੇ ਰਹੇ। ਕਹਿੰਦੇ ਉਸ ਤੋਂ ਬਾਅਦ ਬੋਲਿਓ ਗੁਰਸੰਗ ਬਹੁ ਸਿਰ ਧੁਨੀ, ਕਹਿੰਦੇ ਉਹ ਪ੍ਰੋਤ ਸਤਿਗੁਰਾਂ ਜੀ ਪਾਸ ਆਇਆ ਅਤੇ ਸਿਰ ਹਿਲਾ ਕੇ ਸਤਿਗੁਰਾਂ ਜੀ ਨੂੰ ਕਹਿੰਦਾ, ਮਹਾਰਾਜ ਇਹ ਕਿਹੋ ਜਿਹੇ ਬੰਦੇ ਆ ਜਿਹੜਾ ਡੱਲੇ ਦਾ ਭਰਾ ਮੱਲਾ ਕਿਹੋ ਜਿਹਾ ਬੰਦਾ ਹੈ, ਇਹ ਕਿਸ ਤਰ੍ਹਾਂ ਤੁਹਾਨੂੰ ਆਖੀ ਜਾਂਦਾ? ਇਹ ਛੋਟੇ ਸਾਹਿਬਜ਼ਾਦਿਆਂ ਬਾਰੇ, ਵੱਡੇ ਸਾਹਿਬਜ਼ਾਦਿਆਂ ਬਾਰੇ ਕੀ ਆਖੀ ਜਾਂਦਾ? ਜੇ ਡੱਲੇ ਨੇ ਆਪਣੇ ਨਾਲ ਨਹੀਂ ਜਾਣਾ ਨਾ ਜਾਵੇ, ਪਰ ਸਾਹਿਬਜ਼ਾਦਿਆਂ ਬਾਰੇ ਦਾ ਭਰਾ ਇਸ ਤਰ੍ਹਾਂ ਬੋਲੇ, ਇਸ ਤਰ੍ਹਾਂ ਆਖੇ, ਇਹ ਚੰਗੀਆਂ ਗੱਲਾਂ ਨਹੀਂ। ਉਹ ਮਹਾਰਾਜ ਨੂੰ ਕਹਿਣ ਲੱਗੇ, ਕਹਿੰਦੇ ਇਹ ਗੱਲਾਂ ਚੰਗੀਆਂ ਨਹੀਂ, ਸਮਝ ਵਾਲੀਆਂ ਗੱਲਾਂ ਨਹੀਂ। ਕਹਿੰਦੇ ਇਹ ਆਪਣੇ ਮੂੰਹ 'ਚੋਂ ਜੋ ਗੱਲ ਆਉਂਦੀ ਆ ਬੋਲ ਦਿੰਦਾ। ਵੈਸੇ ਕਿਹਦਾ ਜੀ ਕਰਦਾ ਜੀ ਜਿਗਰ ਦੇ ਟੋਟੇ ਮਰਵਾਉਣ ਨੂੰ? ਕਿਹਦਾ ਜੀ ਕਰਦਾ ਜਿਗਰ ਦੇ ਟੋਟੇ ਸ਼ਹੀਦ ਕਰਾਉਣ ਨੂੰ? ਸਮਾਂ ਐਸਾ ਸੀ, ਵਕਤ ਐਸਾ ਸੀ, ਮਹਾਰਾਜ ਨੂੰ ਜੋ 2 ਚਮਕੌਰ ਦੀ ਗੜੀ ਵਿੱਚ ਬਾਰਨੇ ਪੈ ਗਏ ਤੇ 2 ਸਰਹੰਦ ਦੀਆਂ ਨੀਹਾਂ ਵੀ ਚਿਣ ਦਿੱਤੇ ਗਏ। ਜੀ ਕਿਹਦਾ ਕਰਦਾ? ਮਹਾਰਾਜ ਕਿਹੜਾ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ ਸੀ? ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਸੀ ਨਾ। ਜਿਹੜਾ ਮਹੱਲਾ ਸੀ ਡੱਲੇ ਦਾ ਭਰਾ, ਉਹ ਹਮੇਸ਼ਾ ਮਜ਼ਾਕ ਵਿੱਚ ਗੱਲ ਕਰਦਾ। ਜੇ ਤੁਸੀਂ ਜਾਣਾ ਨਾਲ ਚਲੇ ਜਾਓ ਮਹਾਰਾਜ ਦੇ ਦੱਖਣ ਵੱਲ, ਤੁਸੀਂ ਮਜ਼ਾਕ ਤਾਂ ਨਾ ਕਰੋ। ਜਿਵੇਂ ਪਹਿਲਾਂ ਅੱਗੇ ਪ੍ਰਸੰਗ ਵੀ ਆਏਗਾ, ਕਹਿੰਦੇ ਡੱਲਾ ਇਹ ਬੜੀਆਂ ਫੜਾ ਵੀ ਮਾਰਦਾ ਸੀ, ਵੱਡੀਆਂ ਥੋੜ੍ਹੀਆਂ ਗੱਲਾਂ ਵੀ ਕਰਦਾ ਹੁੰਦਾ ਸੀ। ਮਹਾਰਾਜ ਜੇ ਕਿਤੇ ਮੈਂ ਤੁਹਾਡੇ ਨਾਲ ਹੁੰਦਾ ਨਾ, ਮੇਰੇ ਸਿਪਾਹੀ ਮੇਰੇ ਜਰਨੈਲ ਤੁਹਾਡੇ ਨਾਲ ਹੁੰਦੇ, ਤੁਹਾਡਾ ਪਰਿਵਾਰ ਇਸ ਤਰ੍ਹਾਂ ਨਹੀਂ ਸ਼ਹੀਦ ਹੋਣਾ ਸੀ। ਮੇਰੇ ਕੋਲ ਬੜੇ ਤਾਕਤਵਰ ਜਰਨੈਲ ਨੇ। ਮਹਾਰਾਜ ਨੇ ਆਖਿਆ, ਡੱਲਿਆ ਜਿਹੜੇ ਮੇਰੇ ਨਾਲ ਸਿਪਾਹੀ ਹੈ ਨਾ, ਮੇਰੇ ਨਾਲ ਗਰੀਬ ਬੜੇ ਸਿੱਖ ਹੈ, ਤਾਕਤ ਤਾਂ ਇਹਨਾਂ ਵਿੱਚ ਵੀ ਬਹੁਤ ਹੈ। ਦਿਨ ਰਾਤ ਮੇਰੇ ਨਾਲ ਜੂਝੇ ਨੇ, ਮੇਰੇ ਨਾਲ ਨਿਵੇ ਨੇ, ਇਹਨਾਂ ਨੂੰ ਮੈਂ ਕਿਸ ਤਰ੍ਹਾਂ ਦੂਰ ਕਰ ਦੇਵਾਂ? ਇਹ ਮੇਰੇ ਪੁੱਤਰ ਨੇ। ਬੋਲਿਓ ਗੁਰਸੰਗ ਬਹੁ ਸਿਰ ਧੁਨੀ, ਕਹਿੰਦੇ ਉਹ ਸ਼ੀਹਾਂ, ਉਹ ਭਾਈ ਇਸ ਤਰ੍ਹਾਂ ਮਹਾਰਾਜ ਕੋਲ ਗੱਲਾਂ ਕਰਦਾ ਹੈ। ਮੈਂ ਰਹਿਓ ਬਹੁਤ ਵਾਰ ਸਮਝਾਏ, ਛੇੜ ਜਟਨ ਕਛ ਲਿਓ ਕਹਾਏ। ਕਹਿੰਦੇ ਇਹਨਾਂ ਬੰਦਿਆਂ ਨੂੰ ਦਮਦਮਾ ਸਾਹਿਬ ਵਾਲੇ ਜਿਹੜੇ ਨੇ, ਇਹ ਤਲਵੰਡੀ ਇਲਾਕੇ ਦੇ ਜਿਹੜੇ ਜੱਟ ਬੂਟ ਲੋਕ ਨੇ, ਇਹਨਾਂ ਨੂੰ ਮੈਂ ਬਹੁਤ ਵਾਰ ਚੰਗੀ ਤਰ੍ਹਾਂ ਸਮਝਾ ਚੁੱਕਿਆ, ਬਹੁਤ ਵਾਰ ਕਹਿ ਚੁੱਕਿਆ, ਬਹੁਤ ਵਾਰ ਸਮਝਾ ਚੁੱਕਿਆ। ਕਹਿੰਦੇ ਛੇੜਨ ਜਟਨ ਕੁਛ ਲੋਕ ਕਹਾਏ, ਕਹਿੰਦੇ ਇਹਨਾਂ ਨੂੰ ਕੀ ਛੇੜਨ ਦਾ ਫਾਇਦਾ? ਇਹਨਾਂ ਨੂੰ ਵਾਰ-ਵਾਰ ਕੋਈ ਗੱਲਾਂ ਕਰਨ ਦਾ ਵੀ ਕੋਈ ਲਾਭ ਨਹੀਂ ਹੈ। ਜਿੰਨਾ ਮਰਜ਼ੀ ਇਹਨਾਂ ਨੂੰ ਕੁਝ ਆਖੀ, ਇਹਨਾਂ ਦੇ ਕੋਈ ਅਸਰ ਨਹੀਂ ਹੋ ਰਿਹਾ। ਹੁਣ ਮਹੱਲਾ ਜਿਹੜਾ ਉਹ ਇਸ ਤਰ੍ਹਾਂ ਗੱਲਾਂ ਕਰੀ ਜਾ ਰਿਹਾ ਹੈ। ਯਹ ਜੰਗਲੀ ਜੱਟ ਗੁਣ ਨਿਤ ਨਵੇਂ ਚਾਹੈ, ਪੀ ਪਿਛੋਂ ਨਿੰਦਾ ਸੁਣਾਵੈ। ਕਹਿੰਦੇ ਹਨ ਰਤਨ ਸਿੰਘ ਜੀ ਭੰਗੂ ਲਿਖਦੇ ਹਨ, ਕਹਿੰਦੇ ਇਹ ਜੰਗਲੀ ਜੱਟ ਗੁਣ ਨਿਤ ਨਵੇਂ ਚਾਹੇ। ਕਹਿੰਦੇ ਜੰਗਲੀ ਇਲਾਕੇ ਵਿੱਚ ਪੈਦਾ ਹੋਏ ਲੋਕ, ਇਹ ਤਾਂ ਕਹਿੰਦੇ ਨੇ ਕੋਈ ਨਾ ਕੋਈ ਗੁਣ ਸਾਨੂੰ ਨਵੇਂ ਤੋਂ ਨਵਾਂ ਮਿਲਦਾ ਰਹੇ, ਕੋਈ ਨਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਰਹਿਣ, ਸਾਨੂੰ ਕੋਈ ਦਾਤ ਬਖਸ਼ਦੇ ਰਹਿਣ, ਤਾਂ ਅਸੀਂ ਵਾਹ ਵਾਹ ਕਰੀ ਜਾਈਏ, ਤਾਂ ਅਸੀਂ ਗੁਰੂ ਦੀ ਬੱਲੇ ਬੱਲੇ ਕਰੀ ਜਾਈਏ। ਕਹਿੰਦੇ ਭੀ ਪਿੱਛੋਂ ਨਿੰਦਾ ਸੁਣਾਵੈ, ਅਤੇ ਮੂੰਹ ਤੇ ਨਹੀਂ, ਪਿੱਛੋਂ ਇਹ ਸਾਰੇ ਉਦੋਂ ਨਿੰਦਿਆ ਕਰੀ ਜਾਂਦੇ ਆ। ਮਹੱਲੇ ਵਰਗੇ ਮੂੰਹ ਤੇ ਸਲਾਈ ਜਾਂਦੇ ਆ। ਕਹਿੰਦੇ ਪਿੱਛੋਂ ਇਹ ਇਹਨਾਂ ਦਾ ਇਹ ਨਹੀਂ ਪਤਾ ਵੀ ਗੁਰੂ ਦੀ ਨਿੰਦਿਆ ਕਰਨ ਲੱਗ ਜਾਣ। ਇਹ ਐਸੇ ਬੜਬੋਲੇ ਜਿਹੇ ਬੰਦੇ ਨੇ, ਪਤਾ ਨਹੀਂ ਕਿਹੋ ਜਿਹੇ ਕਿਸਮ ਦੇ ਬੰਦੇ ਹਨ। ਕਹਿਓ ਗੁਰ ਹਮ ਜੱਟ ਛੇੜੈ ਕਾਏ, ਪ੍ਰੋਹਤ ਕਹਿਓ ਪੁੱਤ ਲਏ ਮੂਹੇ ਖਵਾਏ। ਹੁਣ ਇੱਥੇ ਇਹ ਪ੍ਰੋਹਤ ਕਹਿੰਦੇ ਨੇ, ਸਾਨੂੰ ਕੀ ਲੋੜ ਪਈ ਹੈ ਇਹਨਾਂ ਜੰਗਲੀ ਲੋਕਾਂ ਨੂੰ ਛੇੜਨ ਦੀ? ਇਹਨਾਂ ਦਮਦਮੇ ਦੇ ਇਲਾਕੇ, ਮਾਲਵੇ ਦੇ ਇਲਾਕੇ ਜਿਹੜੇ ਸਮਝਦੇ ਨਹੀਂ, ਉਹਨਾਂ ਨੂੰ ਕੀ ਸਮਝਾਈਏ ਵਾਰ-ਵਾਰ? ਪ੍ਰੋਹਤ ਕਹਿਓ ਪੁੱਤ ਲਏ ਮੂਏ ਅਖਵਾਏ। ਪ੍ਰੋਹਤ ਕਹਿੰਦੇ ਆ ਪੁੱਤਰ ਮੂਏ ਸਾਡੇ ਮਹਾਰਾਜ, ਸਾਡੇ ਉਹਨਾਂ ਸਾਹਿਬਜ਼ਾਦਿਆਂ ਨੂੰ, ਤੁਹਾਡੇ ਬੇਟਿਆਂ ਨੂੰ, ਕਹਿੰਦੇ ਵੀ ਗੁਰੂ ਨੇ ਆਪਣੇ ਪੁੱਤਰ ਮਰਵਾ ਦਿੱਤੇ। ਇਹੋ ਜਿਹੀਆਂ ਗੱਲਾਂ ਕਰਦੇ ਨੇ। ਕਹਿੰਦੇ ਇਹ ਮਹਾਰਾਜ ਇਹੋ ਜਿਹੀਆਂ ਗੱਲਾਂ ਕਰ ਕਰਕੇ ਤੁਹਾਨੂੰ ਛੇੜਦੇ ਆ। ਵੱਡੀ ਗੱਲ ਕਹਿ ਦਿੱਤੀ ਇਹਨਾਂ ਨੇ। ਮਹਾਰਾਜ ਇਹਨਾਂ ਨੂੰ ਪਾਤਸ਼ਾਹੀ ਦਾਵਾ ਕਾਹਦੇ ਲਈ? ਸੱਚੇ ਪਾਤਸ਼ਾਹ ਇਹ ਆਪਣੇ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਕਹਿ ਰਹੇ ਹਨ?
ਭਾਵ ਉਹਨਾਂ ਨੂੰ ਮਰਵਾ ਕੇ ਆਏ ਹੋ ਹੁਣ ਤੁਸੀਂ। ਇਹੋ ਜਿਹੀਆਂ ਗੱਲਾਂ ਇਹ ਜਿਨ੍ਹਾਂ ਨੂੰ ਸਮਝ ਨਹੀਂ ਹੈ, ਕੁਝ ਜਿਨ੍ਹਾਂ ਨੂੰ ਪਤਾ ਨਹੀਂ ਹੈ ਗੁਰੂ ਬਾਰੇ, ਇਹੋ ਜਿਹੀਆਂ ਗੱਲਾਂ ਕਹਿ ਰਹੇ ਨੇ। ਜਿਹੜੇ ਮਹੱਲੇ ਵਰਗੇ ਆ ਜੀ, ਡੱਲੇ ਦਾ ਭਰਾ ਭਾਈ ਮਹੱਲਾ, ਇਹੋ ਜਿਹੀਆਂ ਗੱਲਾਂ ਉੱਥੇ ਕੁਝ ਸੰਗਤ ਵਿੱਚ ਹੋਰ ਵੀ ਲੋਕ ਨੇ ਜੀ, ਕਿਉਂਕਿ ਸਾਰਿਆਂ ਨੂੰ ਗੁਰਮਤਿ ਥੋੜ੍ਹਾ ਸਮਝ ਆ ਜਾਂਦੀ ਹੈ ਜੀ। ਸਦੀਆਂ ਬੀਤ ਜਾਂਦੀਆਂ ਨੇ ਗੁਰਮਤਿ ਸਮਝਾਉਂਦੇ ਆ, ਗੁਰਬਾਣੀ ਦਾ ਪਾਠ ਪੜ੍ਹਾਉਂਦੇ ਆ, ਕਿੰਨੇ ਕੁ ਲੋਕ ਸਮਝਦੇ ਆ। ਆਪਾਂ ਰੋਜ਼ਾਨਾ ਲੜੀਵਾਰ ਕਥਾ ਕਰਦੇ ਆ, ਸਵੇਰੇ ਸ਼ਾਮ ਕਥਾ ਹੁੰਦੀ ਹੈ, ਕਿੰਨਿਆਂ ਕੁ ਨੂੰ ਸਮਝ ਆ ਗਈ ਹੈ, ਕਿੰਨੇ ਕੁ ਉਸ ਕਥਾ ਵਿਚਾਰ ਤੇ ਪਹਿਰਾ ਦੇਣਾ ਸ਼ੁਰੂ ਕਰਦੇ ਆ। ਉਸੇ ਤਰ੍ਹਾਂ ਗੁਰੂ ਸਾਹਿਬ ਦੇ ਸਮੇਂ ਵੀ ਇਹੋ ਜਿਹੇ ਲੋਕ ਰਹਿੰਦੇ ਸੀ ਜਿਨ੍ਹਾਂ ਨੂੰ ਮਹਾਰਾਜ ਸਮਝਾਉਂਦੇ ਵੀ ਸੀ ਪਰ ਫਿਰ ਵੀ ਨਹੀਂ ਸਮਝਦੇ ਸੀ। ਇਸ ਤਰ੍ਹਾਂ ਪ੍ਰੋਤ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਲੋਕ ਮਜ਼ਾਕ ਕਰਦੇ ਹਨ, ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਦੇ ਬੋਲ ਬੋਲਦੇ ਹਨ। ਸਤਿਗੁਰ ਕਹੀ ਪੁੱਤ ਇਸ ਮਰ ਗਏ, ਹਮ ਸਿੱਖ ਪੂਤ ਸੋ ਠਾਂਟੇ ਭਏ। ਸਤਿਗੁਰ ਕਹਿੰਦੇ ਹਨ, ਕਹਿੰਦੇ ਸਤਿਗੁਰ ਕਹੀ ਪੁੱਤ ਇਸ ਮਰ ਗਏ। ਇਹ ਤਾਂ ਸਾਡੇ ਪੁੱਤਰਾਂ ਨੂੰ ਕਹਿ ਰਹੇ ਨੇ ਵੀ ਮਹਾਰਾਜ ਨੇ ਪੁੱਤਰ ਮਰਵਾ ਦਿੱਤੇ, ਸ਼ਹੀਦ ਕਰਵਾ ਦਿੱਤੇ। ਹੋ ਸਕਦਾ ਡੱਲੇ ਨਾਲ ਵੀ ਕੁਝ ਨਾ ਕੁਝ ਵਾਪਰ ਜਾਵੇ। ਮਹਾਰਾਜ ਨੇ ਸਹਿਜ ਸੁਭਾਅ ਦੇ ਵਿੱਚ ਬਚਨ ਕਰ ਦਿੱਤਾ। ਸੱਚੇ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਿਜ ਸੁਭਾਅ ਵਿੱਚ ਬਚਨ ਕਰ ਦਿੱਤਾ, ਹਮ ਸਿੱਖ ਪੂਤ ਸੋ ਠਾਂਡੇ ਭਏ। ਕਹਿੰਦੇ ਸਾਡੇ ਜਿਹੜੇ ਸਿੱਖ ਪੁੱਤਰ ਨੇ ਨਾ, ਉਹ ਤਾਂ ਸਾਡੇ ਨਾਲ ਖੜੇ ਨੇ। ਜਿਹੜੇ ਸਿੱਖ ਪੁੱਤਰ ਨੇ ਜਿਨ੍ਹਾਂ ਬਾਰੇ ਮਹਾਰਾਜ ਨੇ ਕਿਹਾ ਸੀ, ਚਾਰ ਮੋਹਿ ਤੋ ਕਿਆ ਭਇਆ, ਜੀਵਤ ਕਈ ਹਜ਼ਾਰ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਸੁਤ ਚਾਰ, ਚਾਰ ਮੋਹਿ ਤੋ ਕਿਆ ਭਇਆ, ਜੀਵਤ ਕਈ ਹਜ਼ਾਰ। ਆ ਜਿੰਨੇ ਵੀ ਹਨ, ਆ ਤੁਸੀਂ ਵੇਖ ਰਹੇ ਹੋ ਨਾ, ਇਹ ਸਾਰੇ ਮੇਰੇ ਪੁੱਤਰ ਨੇ। ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤਰ ਬਣਾਇਆ। ਕਲਗੀਧਰ ਪਾਤਸ਼ਾਹ ਨੇ ਸਾਨੂੰ ਕਿੱਡਾ ਵੱਡਾ ਖਿਤਾਬ ਦਿਆ, ਇਹ ਮੇਰੇ ਸਾਹਿਬਜ਼ਾਦੇ ਨੇ, ਇਹ ਮੇਰੇ ਪੁੱਤਰ ਨੇ। ਚਾਰ ਕੁਰਬਾਨ ਕਰ ਦਿੱਤੇ, ਪਰ ਆਉਣ ਵਾਲਾ ਖਾਲਸਾ ਪੰਥ ਮੇਰਾ ਪੁੱਤਰ ਹੈ। ਮਹਾਰਾਜ ਕਹਿੰਦੇ ਜਿੰਨੇ ਵੀ ਸਿੱਖ ਮਹਾਰਾਜ ਨਾਲ ਚੱਲੇ ਸੀ, ਤੁਰੇ ਸੀ, ਉਹ ਸਾਰੇ ਸਿੱਖ ਗੁਰੂ ਨਾਲ ਖੜੇ ਰਹੇ। ਇੱਕ ਵੀ ਸਿੱਖ ਮਹਾਰਾਜ ਤੋਂ ਬੇਮੁਖ ਹੋ ਕੇ ਨਾ ਭੱਜਿਆ। ਪਰ ਕੁਝ ਸੀ ਨਾ ਜਿਹੜੇ ਅੜਬਜੇ ਲੋਕ, ਜਿਨ੍ਹਾਂ ਨੂੰ ਗੁਰਮਤਿ ਬਾਰੇ ਕੁਝ, ਗੁਰਮਤਿ ਦਾ ਊੜਾ ਵੀ ਨਹੀਂ ਹੁੰਦਾ ਸੀ, ਉਹ ਲੋਕ ਟਿਚਰਾਂ ਕਰਦੇ ਸੀ, ਮਜ਼ਾਕ ਕਰਦੇ ਸਨ। ਅੱਗੇ ਰਤਨ ਸਿੰਘ ਜੀ ਫਰਮਾਉਂਦੇ ਹਨ, ਇਤਨੀ ਕਹਿਨ ਤੁਰਤ ਡੱਲੇ ਪੁੱਤ ਮਰਾ, ਤਬ ਡੇਰਾ ਗੁਰ ਕੁੰਚ ਕਰਾ। ਕਹਿੰਦੇ ਇੰਨਾ ਕੁ ਸਮਾਂ ਕਹਿਣ ਨੂੰ ਕੀ ਵਾਪਰਦਾ। ਕਹਿੰਦੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਡੱਲੇ ਦੇ ਭਰਾ ਮਹੱਲੇ ਨੇ ਆਖੀ ਸੀ ਇਹ ਗੱਲ ਕਿ ਸਤਿਗੁਰਾਂ ਜੀ ਨੇ ਆਪਣੇ ਪੁੱਤਰ ਮਰਵਾ ਦਿੱਤੇ। ਕਿਹਦਾ ਜੀ ਕਰਦਾ ਜੀ ਪੁੱਤਰਾਂ ਨੂੰ ਮਰਵਾਉਣ ਦਾ? ਕਿਹਦਾ ਜੀ ਕਰਦਾ ਪੁੱਤਰਾਂ ਦੀਆਂ ਲਾਸ਼ਾਂ ਛੱਡ ਕੇ ਆਉਣ ਦਾ? ਵਕਤ ਐਸਾ ਪਿਆ ਸੀ ਮਹਾਰਾਜ ਉੱਤੇ, ਸੱਚੇ ਪਾਤਸ਼ਾਹ ਉੱਤੇ ਵਕਤ ਐਸਾ ਪਿਆ ਸੀ। ਪਰ ਗੁਰਮੁਖੋ ਇਤਿਹਾਸ ਕਹਿੰਦਾ, ਕਹਿੰਦੇ ਮਹਾਰਾਜ ਨੇ ਜਦੋਂ ਬਚਨ ਕੀਤਾ, ਡੱਲੇ ਦਾ ਇੱਕੋ ਇੱਕ ਪੁੱਤਰ ਸੀ। ਆਨੰਦਪੁਰ ਸਾਹਿਬ ਤੋਂ ਤੁਰੇ ਸੀ ਮਹਾਰਾਜ, ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ। ਕਹਿੰਦੇ ਤੁਰੰਤ ਕੀ ਵਾਪਰਦਾ, ਸਤਿਗੁਰਾਂ ਜੀ ਨੇ ਕੀ ਵੇਖਿਆ? ਕਹਿੰਦੇ ਤੁਰੰਤ ਇੱਕ ਡੱਲੇ ਦਾ ਇੱਕ ਪੁੱਤਰ ਮਰ ਜਾਂਦਾ। ਤਬ ਡੇਰਾ ਗੁਰ ਕੂਚ ਕਰਾ। ਕਹਿੰਦੇ ਸਤਿਗੁਰਾਂ ਨੇ ਹੁਕਮ ਦੇ ਦਿੱਤਾ, ਲਾਓ ਭਾਈ ਨਗਾਰੇ ਤੇ ਚੋਟਾ, ਹੁਣ ਡੇਰਾ ਕੂਚ ਕਰਨਾ ਹੈ। ਡੱਲੇ ਦੇ ਭਰਾ ਨੇ ਮਜ਼ਾਕ ਜਿਹਾ ਕੀਤਾ, ਪਰ ਕੀ ਵਾਪਰਿਆ? ਡੱਲੇ ਦਾ ਪੁੱਤਰ ਆਪਦਾ ਮਰ ਗਿਆ। ਮਹਾਰਾਜ ਕਹਿਣ ਲੱਗੇ, ਡੱਲਿਆ ਹੁਣ ਪਤਾ ਲੱਗਿਆ ਪੁੱਤਰਾਂ ਦਾ ਦੁੱਖ ਕਿੰਨਾ ਹੁੰਦਾ ਹੈ, ਪੁੱਤਰਾਂ ਦੀ ਪੀੜ ਕਿੰਨੀ ਹੁੰਦੀ ਹੈ। ਮਹਾਰਾਜ ਡੱਲੇ ਨੂੰ ਇਹ ਗੱਲ ਕਹਿੰਦੇ ਆ, ਕਹਿੰਦੇ ਉੱਥੇ ਜਦੋਂ ਡੱਲੇ ਦਾ ਪੁੱਤਰ ਮਰਦਾ, ਡੱਲਾ ਬੜਾ ਵਿਆਕੁਲ ਹੋਇਆ, ਭਾਵਕ ਹੋ ਗਿਆ, ਰੋਣ ਲੱਗ ਪਿਆ। ਮਹਾਰਾਜ ਇਹ ਕੀ ਹੋ ਗਿਆ? ਮਹਾਰਾਜ ਕਹਿੰਦੇ ਤਾਂ ਰੱਬ ਦਾ ਭਾਣਾ ਭਾਈ, ਰੱਬ ਦਾ ਭਾਣਾ ਭਾਈ। ਮੇਰੇ ਦੋ ਪੁੱਤਰ ਚਮਕੌਰ ਚਲੇ ਗਏ, ਦੋ ਸਰਹੰਦ ਦੀ ਨਹੀਂ, ਉਹ ਵੀ ਮੈਂ ਰੱਬ ਦਾ ਭਾਣਾ ਮੰਨ ਕੇ ਕਬੂਲ ਕਰ ਲਿਆ। ਇਵੇਂ ਸਤਿਗੁਰ ਮਹਾਰਾਜ ਦਮਦਮੇ ਤੋਂ ਅੱਗੇ ਜੋ ਡੇਰਾ ਕੂਚ ਕਰਦੇ ਹਨ। ਦੋਹਰਾ 9 ਮਹੀਨੇ ਤੇ 9 ਦਿਨ, ਤਲਵੰਡੀ ਰੱਖੈ ਮੁਕਾਮ, ਡੇਰਾ ਤੋਰਾ ਰਖ ਦੱਖਣ, ਛੱਡ ਤੁਰਕਨ ਵੱਡ ਥਾਮ। ਰਤਨ ਸਿੰਘ ਭੰਗੂ ਜੀ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਬੋ ਕੀ ਤਲਵੰਡੀ ਦਮਦਮਾ, ਗੁਰੂ ਕੀ ਕਾਸ਼ੀ ਜਿਹਨੂੰ ਆਪਾਂ ਕਹਿੰਦੇ ਆ ਜੀ, ਮਹਾਰਾਜ ਨੇ ਖਿਤਾਬ ਦਿੱਤਾ ਸੀ ਨਾ,
ਇਸ ਤਲਵੰਡੀ ਦੀ ਧਰਤੀ ਤੋਂ ਵਿਦਵਾਨ ਯੋਧੇ ਪੰਡਤ ਵਿਚਾਰਵਾਨ ਇੱਥੋਂ ਪੈਦਾ ਹੋਣਗੇ, ਮੂਰਖ ਸਿਆਣੇ ਹੋ ਜਾਣਗੇ। ਮਹਾਰਾਜ ਨੇ ਬਚਨ ਕੀਤਾ ਸੀ ਜੀ ਦਮਦਮੇ ਦੀ ਧਰਤੀ ਦੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਕਮਰ ਕਸਾ ਖੋਲ੍ਹਿਆ ਸੀ ਜੀ, ਇੱਥੇ ਦਮ ਲਿਆ ਸੀ ਮਹਾਰਾਜ ਨੇ, ਤਾਂ ਕਰਕੇ ਨਾਮ ਪੈ ਗਿਆ ਦਮਦਮਾ ਸਾਹਿਬ ਇਸ ਧਰਤੀ ਦਾ ਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਤਿਹਾਸਕਾਰ ਕਹਿੰਦੇ ਨੇ ਪੂਰੇ 9 ਮਹੀਨੇ ਕੁਝ ਦਿਨ ਸਾਬੋ ਕੀ ਤਲਵੰਡੀ ਦੇ ਮਹਾਰਾਜ ਰਹੇ। ਮਾਲਵੇ ਦਾ ਇਲਾਕਾ ਜਿਹੜਾ ਜੀ, ਬਠਿੰਡੇ ਦਾ ਇਲਾਕਾ, ਇੱਥੇ ਇਸ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ 9 ਮਹੀਨੇ ਵਿਚਰੇ ਜੀ। 9 ਮਹੀਨੇ ਵਿਚਰਨ ਤੋਂ ਬਾਅਦ ਸਤਿਗੁਰੂ ਮਹਾਰਾਜ ਕਹਿੰਦੇ, ਇੱਥੇ ਰਤਨ ਸਿੰਘ ਜੀ ਕਹਿੰਦੇ ਨੇ, ਤਲਵੰਡੀ ਰੱਖੈ ਮੁਕਾਮ ਡੇਰਾ ਤੋਰਾ ਰੁੱਖ ਦੱਖਣ ਛੱਡ ਤੁਰਕਨ ਬੜ ਥਾਮ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੋਂ ਡੇਰਾ ਚੁੱਕ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਡੇਰਾ ਚੁੱਕਦੇ ਨੇ, ਮਹਾਰਾਜ ਦੱਖਣ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਚੌਪਈ ਡੱਲਾ ਗੁਰ ਤੇ ਬੇਮੁਖ ਭਇਓ, ਦੋਏ ਤਿੰਨ ਡੇਰਨ ਤੁਰਤ ਮੁੜ ਪਇਓ। ਕਹਿੰਦੇ ਡੱਲਾ ਵੀ ਗੁਰੂ ਤੋਂ ਬੇਮੁਖ ਹੋ ਗਿਆ। ਹੋ ਸਕਦਾ ਮਹਾਰਾਜ ਕਿੱਡੀ ਵੱਡੀ ਪਾਤਸ਼ਾਹੀ ਦੇ ਦਿੰਦੇ, ਚਲੋ ਫਿਰ ਵੀ ਮਹਾਰਾਜ ਨੇ ਪੀੜੀ ਜਿੰਨੀ ਥਾਂ ਤਾਂ ਦੇ ਦਿੱਤੀ ਸੀ ਡੱਲੇ ਨੂੰ ਨਾ, ਪੀੜਿਕ ਜਿੰਨੀ ਥਾਂ, ਕਿਉਂਕਿ ਜਿੰਨੀ ਕੋ ਨੇ ਡੱਲੇ ਨੇ ਸੇਵਾ ਕੀਤੀ। ਮਹਾਰਾਜ ਨੇ ਇੱਕ ਦਿਨ ਸਹਿਜ ਸੁਭਾਅ ਦੇ ਵਿੱਚ ਵਚਨ ਕੀਤਾ, ਡੱਲਿਆ ਤੇਰੀ ਸੇਵਾ ਤੋਂ ਅਸੀਂ ਖੁਸ਼ ਹੋਏ ਹਾਂ, ਮੰਗ ਲਾ ਕੀ ਮੰਗਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ, ਮਹਾਰਾਜ ਮੈਂ ਕੋਈ ਬਹੁਤੀ ਵੱਡੀ ਸੇਵਾ ਨਹੀਂ ਕੀਤੀ, ਮੈਂ ਤਾਂ ਬਹੁਤ ਵੱਡੇ ਗੁਨਾਹ ਕੀਤੇ ਆ, ਜੇ ਚਾਹੁੰਦੇ ਹੋ ਤਾਂ ਆਪਣੇ ਚਰਨਾਂ 'ਚ ਮੈਨੂੰ ਪੀੜਿਕ ਜਿੰਨੀ ਥਾਂ ਦੇ ਦਿਓ। ਸੱਚਮੁੱਚ ਉੱਥੇ ਜੀ ਉਨੀ ਕੁ ਥਾਂ ਹੀ ਬਣੀ ਹੋਈ ਆ ਭਾਈ ਡੱਲੇ ਦੀ ਸਮਾਧ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਧਰੋਂ ਅੱਗੇ ਕੂਚ ਕਰਦੇ ਆ, ਅੱਗੇ ਵੱਲ ਜਾਂਦੇ ਆ। ਉਹ ਕਿਹੜੀ ਧਰਤੀ ਹੈ? ਦੱਖਣ ਵੱਲ ਮਹਾਰਾਜ ਪਿਆਨਾ ਕਰਦੇ ਨੇ। ਕਹਿੰਦੇ ਜਦੋਂ ਮਹਾਰਾਜ ਦੱਖਣ ਵੱਲ ਤੁਰਦੇ ਆ ਨਾ, ਉਦੋਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਭਾਈ ਡੱਲਾ ਜੀ ਵੀ ਤੁਰਿਆ ਸੀ। ਭਾਈ ਡੱਲਾ ਹੋਰ ਡੱਲੇ ਦੇ ਨਾਲ ਜਿਹੜੇ ਲੋਕ ਸੀ ਤਲਵੰਡੀ ਦੇ, ਪਹਿਲਾਂ ਤਾਂ ਉਹਨਾਂ ਨੇ ਮਨ ਬਣਾ ਲਿਆ ਵੀ ਗੁਰੂ ਸਾਹਿਬ, ਕਿਸੇ ਇਤਿਹਾਸਕਾਰ ਨੇ ਵੀ ਲਿਖਿਆ ਵੀ ਡੱਲਾ ਸਿਰਸੇ ਤੋਂ ਵਾਪਸ ਮੁੜ ਗਿਆ ਸੀ, ਮਹਾਰਾਜ ਨੇ ਮੋੜ ਦਿੱਤਾ ਸੀ। ਪਰ ਇੱਥੇ ਰਤਨ ਸਿੰਘ ਜੀ ਦੇ ਲਿਖਣ ਮੁਤਾਬਕ ਭਾਈ ਰਤਨ ਸਿੰਘ ਜੀ ਭੰਗੂ ਕਹਿ ਰਹੇ ਹਨ, ਕਹਿੰਦੇ ਡੱਲਾ ਵੀ ਗੁਰੂ ਤੋਂ ਬੇਮੁਖ ਹੋ ਗਿਆ। ਡੱਲੇ ਨੇ ਕੀ ਕਰ ਦਿੱਤਾ? ਦੋਏ ਤਿੰਨ ਡੇਰਨ ਤੁਰਤ ਮੁੜ ਭਇਓ। ਕਹਿੰਦੇ ਮਹਾਰਾਜ ਨਾਲ 2-3 ਡੇਰੇ, ਭਾਵ 2 ਥਾਂ ਤੇ ਡੇਰਾ ਕੀਤਾ ਡੱਲੇ ਨੇ। 2 ਥਾਂ ਤੇ ਜਦੋਂ ਡੱਲੇ ਨੇ ਡੇਰਾ ਕੀਤਾ, ਕਹਿੰਦੇ ਫਿਰ ਕੀ ਵਾਪਰਦਾ? 2-3 ਡੇਰੇ ਤੇ ਗਿਆ ਮਹਾਰਾਜ ਨਾਲ, ਝੰਡਾ ਵੀ ਛੱਡਿਆ ਆ ਉੱਥੇ ਨਿਸ਼ਾਨ ਛੱਡਿਆ ਆ, ਪਹਿਰੇ ਤੇ ਖੜਾ ਸੀ ਮਹਾਰਾਜ ਦੇ। ਮਹਾਰਾਜ ਦੇ ਪਹਿਰੇ ਤੇ ਖੜਾ ਜ਼ਰੂਰ ਸੀ। ਸਭ ਕੁਝ ਛੱਡ ਕੇ ਡੱਲਾ ਕਹਿੰਦੇ ਵਾਪਸ ਤਲਵੰਡੀ ਵੱਲ ਦੌੜ ਗਿਆ। ਔਰ ਜੰਗਲੀ ਕਿਚ ਸੰਗ ਤੁਰੇ, ਬੇਈਮਾਨ ਹੋਏ ਬਹੁ ਭੀ ਮੁੜੇ। ਹੁਣ ਜੰਗਲੀ ਦਾ ਅਰਥ ਵੀ ਇਸ ਨੂੰ ਜੰਗਲੀ ਇਲਾਕਾ ਕਹਿੰਦੇ ਸੀ, ਮਾਲਵੇ ਦੇ ਲੱਖੀ ਜੰਗਲ। ਕਹਿੰਦੇ ਹੋਰ ਵੀ ਜੰਗਲੀ ਇਲਾਕੇ ਦੇ ਲੋਕ ਸੀ ਨਾ ਜਿਹੜੇ, ਉਹ ਵੀ ਮਹਾਰਾਜ ਨਾਲ ਤੁਰੇ ਨਾਲ, ਮਹਾਰਾਜ ਅਸੀਂ ਤੁਹਾਡੇ ਨਾਲ ਜਾਵਾਂਗੇ, ਮਹਾਰਾਜ ਅਸੀਂ ਤੁਹਾਡੇ ਨਾਲ ਜਾਵਾਂਗੇ। ਕੀ ਵਾਪਰਦਾ ਹੈ? ਅੱਗੇ ਰਤਨ ਸਿੰਘ ਜੀ ਕਹਿੰਦੇ ਬੇਈਮਾਨ ਹੋਏ ਬਹੁ ਭੀ ਮੁੜੇ। ਕਹਿੰਦੇ ਉਹਨਾਂ ਦੇ ਮਨ ਵਿੱਚ ਵੀ ਬੇਈਮਾਨਾ ਆ ਗਿਆ, ਉਹਨਾਂ ਦੇ ਮਨ ਵਿੱਚ ਵੀ ਬੇਈਮਾਨਾ ਆ ਗਿਆ। ਪਤਾ ਨਹੀਂ ਕੈਸੀ ਵਿਚਾਰ ਆ ਗਈ, ਉਹ ਬਹਾਨਾ ਬਣਾ ਕੇ ਚੋਰੀ ਛਿਪੇ ਸਤਿਗੁਰੂ ਜੀ ਦਾ ਸਾਥ ਹੈ ਜਿਹੜਾ ਛੱਡ ਰਹੇ ਹਨ। ਹੂਤੋ ਕੋਲ ਮੋਢੀ ਕੋਠੇ ਵਾਰਾ, ਸੁਨਿਓ ਉਨੈ ਸੁਤ ਲੱਗਿਓ ਹਮਾਰਾ। ਅੱਗੇ ਕਹਿੰਦੇ ਆ ਕਰਕੇ ਮਹਾਰਾਜ ਜਦੋਂ ਦਮਦਮੇ ਤੋਂ ਚੱਲਦੇ ਆ ਰਹੇ ਨੇ, ਨਾਲ ਸੰਗਤਾਂ ਵੀ ਨੇ, ਕੁਝ ਕੁ ਭੱਜ ਗਈਆਂ, ਕੁਝ ਕੁ ਨਾਲ ਤੁਰ ਰਹੀਆਂ ਹਨ। ਕਹਿੰਦੇ ਅੱਗੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਗੇ ਗੁਰੂ ਕਾ ਕੋਠਾ ਪਿੰਡ ਨੇੜੇ ਆ ਗਿਆ। ਸੋਢੀਆਂ ਦੇ ਘਰ ਇੱਥੇ ਵਸਦੇ ਸੀ ਜੀ, ਸੋਢੀਆਂ ਦੇ ਘਰ। ਕਹਿੰਦੇ ਅੱਗੇ ਸੋਢੀਆਂ ਦੇ ਘਰ ਆ ਗਏ। ਉਹਨਾਂ ਵਿੱਚੋਂ ਸੋਢੀ ਮਸ਼ਹੂਰ ਸੀ, ਸੋਢੀ ਕੌਲ ਬੜਾ ਮਸ਼ਹੂਰ ਸੀ। ਸੁਨਿਓ ਉਨੈ ਸੁਤ ਲਗਿਓ ਪਿਆਰਾ ਹਮਾਰਾ, ਸੁਨਿਓ ਉਨੈ ਸੁਤ ਲਗਿਓ ਹਮਾਰਾ। ਕਹਿੰਦੇ ਉਸਨੇ ਸੁਣਿਆ ਕਿ ਮੇਰੇ ਪੁੱਤਰ ਨੂੰ ਵੀ ਗੁਰੂ ਸਾਹਿਬ ਜੀ ਦੱਖਣ ਨਾਲ ਲੈ ਕੇ ਜਾਣਗੇ।
ਹੁਣ ਉਹ ਵੀ ਬਹਾਨੇ ਜੇ ਕੱਢਣ ਲੱਗ ਪਿਆ। ਜਦੋਂ ਮਹਾਰਾਜ ਸੋਢੀਆਂ ਦੇ ਜਿਹੜਾ ਕੋਠਾ ਪਿੰਡ ਸੀ, ਇਸ ਪਿੰਡ ਵਿੱਚ ਪਹੁੰਚੇ, ਮਹਾਰਾਜ ਨੇ ਕਿਹਾ ਵੀ ਚਲੋ ਭਾਈ ਚੱਲੀਏ ਦੱਖਣ ਵੱਲ। ਕੁਝ ਕੁ ਤਾਂ ਸਿਦਕੀ ਸਿੱਖ ਸੀ, ਉਹ ਤਾਂ ਨਾਲ ਨਿਭ ਗਏ। ਕਹਿੰਦੇ ਜਦੋਂ ਸੋਢੀ ਕੌਲ ਨੂੰ ਇਹ ਗੱਲ ਕਹੀ ਨਾ, ਹੁਣ ਉਹ ਵੀ ਕਹਿੰਦਾ ਬਾਈ ਮੈਨੂੰ ਵੀ ਪੁੱਤਰ ਦਾ ਪਿਆਰ ਆਉਣ ਲੱਗ ਪਿਆ। ਕੌਣ ਪੁੱਤਰਾਂ ਨੂੰ ਛੱਡੇ, ਕੌਣ ਬੱਚਿਆਂ ਨੂੰ ਛੱਡੇ, ਕੌਣ ਔਲਾਦ ਨੂੰ ਤੋਰੇ। ਕਹਿੰਦੇ ਸੋਢੀ ਕੌਲ ਵੀ ਕਹਿਣ ਲੱਗਿਆ ਵੀ ਮੇਰਾ ਪੁੱਤਰ ਦਾ ਮੈਨੂੰ ਬੜਾ ਪਿਆਰ ਆ ਰਿਹਾ ਹੈ। ਉਨ ਮੰਗਰੋਂ ਦੀਵਾਨ ਦੌੜਾਏ, ਸਣ ਪਲੰਗ ਉਸ ਚੱਕ ਲਿਆਏ। ਕਹਿੰਦੇ ਜਿਹੜਾ ਕੌਲ ਸੋਢੀ ਹੋਰੀ ਸੀ, ਇਲਾਕੇ ਦਾ ਤਕੜਾ ਬੰਦਾ ਸੀ, ਸਰਕਾਰ ਤੱਕ ਪਹੁੰਚ ਰੱਖਦਾ ਸੀ। ਸਰਕਾਰ ਨੇ ਇਹਨੂੰ ਜੰਗੀਰ ਵੀ ਦਿੱਤੀ ਹੋਈ ਸੀ। ਇਹਦਾ ਬੋਲਬਾਲਾ ਇਲਾਕੇ ਵਿੱਚ ਬਹੁਤ ਜ਼ਿਆਦਾ ਸੀ। ਆਪਣਾ ਕਾਰੋਬਾਰੀ ਵੀ ਬੰਦਾ ਤਕੜਾ ਸੀ, ਜ਼ਿੰਮੇਵਾਰ ਸੀ। ਕਹਿੰਦੇ ਸਣ ਪਲੰਗ ਉਸ ਕੋ ਚੱਕ ਲਿਆਏ। ਰਾਤ ਨੂੰ ਕੌਲ ਸੋਢੀ ਦਾ ਪੁੱਤਰ ਅਤੇ ਰਾਮ ਅਬੈ ਰਾਮ ਪਲੰਗ ਉੱਤੇ ਸੁੱਤਾ ਪਿਆ ਸੀ। ਕਹਿੰਦੇ ਉਹਦਾ ਪਲੰਗ ਚੱਕ ਕੇ ਸਹਿਜ ਨਾਲ ਚੁੱਕ ਕੇ ਪਲੰਗ ਤੇ ਸੁੱਤੇ ਪਏ ਨੂੰ ਚੁੱਕ ਲਿਆਂਦਾ। ਜਬ ਸਤਿਗੁਰ ਮੋਢੀ ਬੁਲਵਾਇਓ, ਲੋਕਨ ਡੇਰਾ ਖਾਲੀ ਬਤਾਇਓ। ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਢੀ ਨੂੰ ਕਿਹਾ ਵੀ ਸੋਢੀਆ ਹਾਜ਼ਰ ਹੋ, ਅਸੀਂ ਤੇਰੇ ਨਗਰ ਪਹੁੰਚੇ ਹਾਂ। ਕਹਿੰਦੇ ਸਿੱਖਾਂ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਸੋਢੀਆਂ ਦੇ ਡੇਰੇ ਵਿੱਚ ਤਾਂ ਕੋਈ ਵੀ ਨਹੀਂ, ਸਾਰੇ ਭੱਜ ਗਏ। ਜਿਹੜੇ ਕਹਿੰਦੇ ਸੀ ਅਸੀਂ ਗੁਰੂ ਨਾਲ ਤੁਰਾਂਗੇ, ਅਸੀਂ ਤੁਰਾਂਗੇ, ਅੱਜ ਉਹਨਾਂ ਦੀ ਵੀ ਪਰਖ ਪੜਚੋਲ ਹੋ ਰਹੀ ਹੈ ਜੀ। ਕਹਿੰਦੇ ਉਹ ਵੀ ਸਾਰੇ ਇੱਧਰ ਉੱਧਰ ਨੂੰ ਭੱਜ ਗਏ, ਦੌੜ ਗਏ, ਕੋਈ ਨਾ ਖਲੋਤਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਸੋਢੀਆਂ ਦਾ ਡੇਰਾ ਜਿਹੜਾ ਬਿਲਕੁਲ ਖਾਲੀ ਪਿਆ ਹੈ। ਇਸ ਤੌਰ ਬਹੁ ਲੋਕ ਨਠ ਆਏ, ਤੋ ਨਠ ਜੰਗਲੀ ਗੁਰੈ ਤਕਾਏ। ਕਹਿੰਦੇ ਤਲਵੰਡੀ ਸਾਬੋ ਤੋਂ ਤੁਰੇ ਤਾਂ ਬਹੁਤ ਸਨ ਮਹਾਰਾਜ ਨਾਲ। ਮਹਾਰਾਜ ਅਸੀਂ ਵੀ ਤੁਹਾਡੇ ਨਾਲ ਨਿਭਾਂਗੇ, ਅਸੀਂ ਵੀ ਤੁਹਾਡੇ ਨਾਲ ਜਾਵਾਂਗੇ। ਬੜੀਆਂ ਸੰਗਤਾਂ ਤੁਰੀਆਂ, ਪਰ ਰਸਤੇ ਵਿੱਚ ਜੋ ਜੋ ਵਾਪਰ ਰਿਹਾ ਰਤਨ ਸਿੰਘ ਜੀ ਕਲਮਬੰਦ ਕਰ ਰਹੇ ਆ। ਜਿਨ੍ਹਾਂ ਜਿਨ੍ਹਾਂ ਨੇ ਸਾਥ ਦਿੱਤਾ, ਜਿਹੜੇ ਜਿਹੜੇ ਗੁਰੂ ਤੋਂ ਮੁੱਖ ਮੋੜ ਗਏ, ਮਹਾਰਾਜ ਨੇ ਸਾਰਿਆਂ ਦੇ ਨਾਮ ਲਿਖੇ ਜੀ ਇਤਿਹਾਸ ਵਿੱਚ। ਕਹਿੰਦੇ ਜਿਹੜੇ ਕਹਿੰਦੇ ਸੀ ਮਹਾਰਾਜ ਅਸੀਂ ਤੁਹਾਡੇ ਨਾਲ ਸਾਥ ਦਿਆਂਗੇ, ਕਹਿੰਦੇ ਕੀ ਵੇਖਿਆ। ਕਹਿੰਦੇ ਜਦੋਂ ਵਰਦੀਆਂ ਲੋਆਂ ਨੇ, ਧੁੱਪਾਂ ਨੇ, ਅੱਤ ਦੀ ਗਰਮੀ ਹੈ, ਭੁੱਖੇ ਪਿਆਸੇ ਰਹਿਣਾ ਪੈਂਦਾ ਸੀ। ਹੁਣ ਕੌਣ ਭੁੱਖਾ ਪਿਆਸਾ ਰਵੇ, ਕੌਣ ਅੱਤ ਦੀ ਲੋ ਵਿੱਚ ਚੱਲੇ। ਮੁਸੀਬਤਾਂ ਜਦੋਂ ਪਈਆਂ ਹੁੰਦੀਆਂ ਨੇ ਨਾ ਜੀ, ਮੁਸੀਬਤਾਂ ਵਿੱਚ ਕੋਈ ਕੋਈ ਨਿਭਦਾ ਨਾਲ, ਨਹੀਂ ਤਾਂ ਆਪਣੇ ਵੀ ਪਾਸਾ ਵੱਟ ਲੈਂਦੇ ਆ ਦੁੱਖ ਦੇ ਵਿੱਚ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਆ ਜੀ, ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬਹਿਟਤ, ਰਹਿਤ ਚਾਹੁੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਦੁੱਖ ਦੇ ਵਿੱਚ ਸੱਚਮੁੱਚੇ ਕੁਝ ਵਾਪਰਦਾ ਜੀ। ਸੁੱਖ ਦੇ ਵਿੱਚ ਤਾਂ ਬਹੁਤ ਬੰਦੇ ਤੁਹਾਡੇ ਨਾਲ ਨਿਭ ਜਾਣਗੇ, ਖੜ ਜਾਣਗੇ, ਪਰ ਦੁੱਖ ਦੇ ਵਿੱਚ ਕੋਈ ਕੋਈ ਨਾਲ ਨਿਭਦਾ ਹੈ, ਦੁੱਖ ਦੇ ਵਿੱਚ ਕੋਈ ਕੋਈ ਨਾਲ ਖੜਦਾ। ਇਸੇ ਤਰ੍ਹਾਂ ਵਾਪਰਿਆ ਮਹਾਰਾਜ ਤੇ ਜਦੋਂ ਵਿਪਤਾ ਬਣੀ, ਮਹਾਰਾਜ ਦੇ ਉੱਤੇ ਸੰਕਟ ਬਣਿਆ, ਕਹਿੰਦੇ ਕੋਈ ਨਾ ਖਲੋਤਾ, ਕੋਈ ਨਾ ਖੜਿਆ, ਕੋਈ ਸਿਦਕੀ, ਕੋਈ ਭਰੋਸੇ ਵਾਲਾ, ਪੂਰਨ ਵਿਸ਼ਵਾਸ ਵਾਲਾ ਨਾਲ ਨਿਭਿਆ। ਕਹਿੰਦੇ ਸੋਢੀ ਕੌਲ ਵਰਗੇ ਵੀ, ਸੋਢੀ ਕੌਲ ਵਰਗੇ ਵੀ ਇੱਕ ਪਾਸੇ ਕਹਿੰਦੇ ਉਹ ਪਾਸਾ ਛੱਡ ਗਏ ਸੀ। ਸੋਢੀ ਕੌਲ ਦਾ ਪੁੱਤਰ ਜਿਹੜਾ ਅਬੇ ਰਾਮ ਸੀ ਉਹ ਵੀ ਭੱਜ ਗਿਆ। ਇਸ ਤਰ੍ਹਾਂ ਰਤਨ ਸਿੰਘ ਜੀ ਲਿਖ ਰਹੇ ਹਨ, ਰਹੇ ਮੌਜੂਦ ਗੁਰ ਸੰਗ ਕਰ ਚਾਰ, ਮੋਹਨ ਭਗਤੂ ਬਹਲੋ ਰੂਪੇ ਵਾਰ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਜਦੋਂ ਮਹਾਰਾਜ ਇੱਧਰ ਵੱਲ ਤੁਰੇ ਨਾ ਦਮਦਮੇ ਤੋਂ, ਕਹਿੰਦੇ ਚਾਰ ਖਾਨਦਾਨ ਸੀ, ਜਿਹੜੇ ਚਾਰ ਖਾਨਦਾਨ ਮਹਾਰਾਜ ਨਾਲ ਰਹਿ ਗਏ ਸੀ ਜੀ। ਬਾਕੀ ਸਾਰੇ ਸੈਂਕੜਿਆਂ ਦੀ ਗਿਣਤੀ ਵਿੱਚ ਸਭ ਰਾਤੋਂ ਰਾਤ ਕੂਚ ਕਰ ਗਏ ਸੀ, ਭੱਜ ਗਏ ਸੀ। ਕਹਿੰਦੇ ਉਹਨਾਂ ਵਿੱਚੋਂ ਭਾਈ ਮੋਹਨ ਜੀ, ਭਾਈ ਭਗਤੂ ਜੀ, ਭਾਈ ਬੋਹਲੋ ਜੀ, ਭਾਈ ਰੂਪੇ ਜੀ, ਰੂਪਾ, ਭਾਈ ਰੂਪਾ ਇਹਦਾ ਨਾਮ ਹੁੰਦਾ ਹੈ। ਕਹਿੰਦੇ ਮਹਾਰਾਜ ਵਾਲੇ ਮੋਹਨ, ਭਾਈ ਭਗਤੂ ਜੀ, ਭਾਈ ਬੋਲੂ ਜੀ ਤੇ ਫਾਫੜੇ ਭਾਈ ਕੇ ਦਾ ਖਾਨਦਾਨ, ਭਾਈ ਬਹਿਲੋ ਦਾ ਖਾਨਦਾਨ। ਫਾਫੜੇ ਕੇ ਵਾਲਿਆਂ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ, ਫਾਫੜੇ ਭਾਈ ਕੇ।
ਇਹਨਾਂ ਦਾ ਖਾਨਦਾਨ ਰਹਿ ਗਿਆ ਸੀ, ਇੱਕ ਭਾਈ ਰੂਪੇ ਦਾ ਖਾਨਦਾਨ ਸੀ। 4 ਖਾਨਦਾਨ ਮਹਾਰਾਜ ਨਾਲ ਰਹੇ, ਬਾਕੀ ਤਾਂ ਸਾਰੇ ਭੱਜ ਗਏ। ਇੱਥੇ ਰਤਨ ਸਿੰਘ ਜੀ ਕਹਿੰਦੇ ਨੇ ਇਹ 4 ਖਾਨਦਾਨ ਮਹਾਰਾਜ ਨਾਲ ਨਿਭਦੇ ਹਨ। ਗਏ ਸਤਿਗੁਰੂ ਸੰਗ ਬਹਾਦੂਰ, ਸੋ ਹਟੇ ਖੁਸ਼ੀ ਲੈ ਮੁਖੋਂ ਹਜੂਰ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਹੁਤ ਦੂਰ ਗਏ ਨੇ। ਜਿੰਨਾ ਚਿਰ ਸਤਿਗੁਰਾਂ ਦੇ ਹੁਕਮ ਨਹੀਂ ਕੀਤਾ ਮੁੜਨ ਦਾ, ਕਹਿੰਦੇ ਉਤਨਾ ਚਿਰ ਉਹ ਮੁੜੇ ਨਾ, ਛੱਡ ਕੇ ਨਾ ਭੱਜੇ। ਜਿਹੜੇ ਖਾਨਦਾਨ ਮਹਾਰਾਜ ਨਾਲ ਤੁਰੇ, ਕਹਿੰਦੇ ਉਹਨਾਂ ਵਿੱਚੋਂ ਇੱਕ ਵੀ ਚਾਰੇ ਦੇ ਚਾਰੇ ਖਾਨਦਾਨ ਮਹਾਰਾਜ ਨਾਲ ਨਿਭੇ ਤੁਰੇ। ਮਹਾਰਾਜ ਜਿੰਨੀ ਦੂਰ ਜਾਣਾ ਜਾਓ, ਅਸੀਂ ਖੜੇ ਹਾਂ, ਸਾਡਾ ਭਰੋਸਾ ਪੂਰਾ ਹੈ। ਸੋ ਹਟੇ ਖੁਸ਼ੀ ਲੈ ਮੁਖੋ ਹਜ਼ੂਰ, ਕਹਿੰਦੇ ਹਜ਼ੂਰ ਸਤਿਗੁਰੂ ਜੀ ਨੇ ਖੁਸ਼ੀਆਂ ਬਖਸ਼ ਦਿੱਤੀਆਂ ਕਿ ਭਾਈ ਜਾਓ, ਹੁਣ ਤੁਸੀਂ ਆਪੋ ਆਪਣੇ ਘਰਾਂ ਨੂੰ ਸੁੱਖ ਨਾਲ ਮੁੜ ਜਾਓ, ਤੁਹਾਡੀ ਸੇਵਾ ਥਾਂ ਪੈ ਗਈ, ਤੁਹਾਡੀ ਸੇਵਾ ਪ੍ਰਵਾਨ ਹੈ। ਕਹਿੰਦੇ ਭਾਈ ਮਹਾਰਾਜ ਨੇ ਹੁਕਮ ਕਰ ਦਿੱਤਾ। ਕਹਿੰਦੇ ਉਹ ਚਾਰੇ ਖਾਨਦਾਨ ਮਹਾਰਾਜ ਦੀ ਆਗਿਆ ਪਾ ਕੇ ਮੁੜੇ ਸੀ ਜੀ, ਮਹਾਰਾਜ ਦੀ ਆਗਿਆ ਪਾ ਕੇ। ਉਹਨਾਂ ਚਾਰੇ ਖਾਨਦਾਨਾਂ ਨੇ ਸਤਿਗੁਰ ਮਹਾਰਾਜ ਦੀ ਹਿਫਾਜ਼ਤ ਕੀਤੀ, ਸਤਿਗੁਰ ਮਹਾਰਾਜ ਦੇ ਨਾਲ ਤੁਰੇ। ਗੁਰੂ ਸਾਹਿਬ ਦੇ ਮਦਦ ਵਿੱਚ ਮਹਾਰਾਜ ਦੀ ਤੁਰਦੇ ਨੇ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਮਹਾਰਾਜ ਜਦੋਂ ਦਮਦਮੇ ਤੋਂ ਲੈ ਕੇ ਰਸਤੇ ਵਿੱਚ ਜਿੰਨੇ ਵੀ ਨਗਰ ਆਉਂਦੇ ਨੇ, ਜਿਵੇਂ ਕੱਲ੍ਹ ਦੇ ਦੀਵਾਨਾਂ ਵਿੱਚ ਜਿਹੜੀ ਸਾਖੀ ਚੱਲੂ ਜੀ, ਦਾਦੂ ਦੇ ਦੁਆਰੇ ਵਾਲੀ ਸਾਖੀ, ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ। ਮਹੰਤ ਜੈਤ ਰਾਮ ਨਾਲ ਮਿਲਾਪ ਗੁਰੂ ਸਾਹਿਬ ਦਾ ਹੁੰਦਾ। ਇੱਥੇ ਇੱਕ ਲੜੀ ਨਾਲ ਜੁੜੇ ਰਹਿਓ ਜੀ। ਗੁਰੂ ਸਾਹਿਬ ਦਮਦਮੇ ਤੋਂ ਤੁਰ ਕੇ, ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰ ਕੇ ਗੁਰੂ ਸਾਹਿਬ ਨੇ ਨੰਦੇੜ ਪਹੁੰਚਣਾ। ਇਹ ਸਾਰਾ ਇਤਿਹਾਸ ਉੱਧਰ ਦਾ ਚੱਲੂਗਾ, ਕਿਹੜੇ ਕਿਹੜੇ ਇਲਾਕੇ ਵਿੱਚ ਮਹਾਰਾਜ ਰੁਕਦੇ ਨੇ, ਕਿਹਨਾਂ ਨਾਲ ਮਹਾਰਾਜ ਦੀ ਮੁਲਾਕਾਤ ਹੋਈ, ਸਾਰੀਆਂ ਗੱਲਾਂ ਬਾਤਾਂ ਇੱਕ ਲੜੀ ਦੇ ਵਿੱਚ ਵਿਚਾਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।